एंड वेलकम सत श्री अकाल जी। मैं हाँ हरजोत कौर ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਤੁਹਾਡੇ ਆਪਣੇ ਖਾਸ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ ਦੇ ਵਿੱਚ। ਤੇ ਜਿਵੇਂ ਕਿ ਸਾਡੇ ਕੋਲ ਬਹੁਤ ਸਾਰੇ ਸਵਾਲ ਲਗਾਤਾਰ ਸਟੂਡੈਂਟਸ ਆ ਰਹੇ ਨੇ ਕੈਨੇਡਾ ਅਪਡੇਟਸ ਨੂੰ ਲੈ ਕੇ, ਜਿਹੜੇ ਸਟੂਡੈਂਟਸ ਹੁਣ ਅਪਲਾਈ ਕਰਨਾ ਚਾਹੁੰਦੇ ਨੇ, ਚਾਹੇ ਕਿ ਉਹਨਾਂ ਦੇ ਸਭ ਦੇ 6 ਈਚ ਬੈਂਡ ਨੇ, ਚਾਹੇ ਇੱਕ ਦੇ ਵਿੱਚ 5.5 ਕਿਤੇ ਰਹਿ ਗਏ ਨੇ, ਕਿਸ ਨੂੰ ਕੀ ਡਿਸੀਜਨ ਲੈਣਾ ਚਾਹੀਦਾ, ਅੱਜ ਉਸ ਦੇ ਉੱਪਰ ਚਰਚਾ ਜ਼ਰੂਰ ਕਰਾਂਗੇ। ਆਸਟ੍ਰੇਲੀਆ ਬਾਰੇ ਵੀ ਗੱਲ ਜ਼ਰੂਰ ਕਰਾਂਗੇ। ਤੇ ਅੱਜ ਦੀ ਗੱਲਬਾਤ ਦੇ ਲਈ, ਅੱਜ ਦੀ ਡਿਸਕਸ਼ਨ ਦੇ ਲਈ ਅਸੀਂ ਸਟੂਡੀਓ ਵਿੱਚ ਇਨਵਾਈਟ ਕੀਤਾ ਹੈ ਜੀ ਈਜ਼ੀ ਵੇ ਕੰਸਲਟੈਂਸੀ ਪ੍ਰਾਈਵੇਟ ਲਿਮਿਟਿਡ ਤੋਂ ਵੀਜ਼ਾ ਐਕਸਪਰਟ ਮਿਸਟਰ ਗੁਰਤੇਜ ਸੰਧੂ ਜੀ ਨੂੰ ਬਹੁਤ ਬਹੁਤ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ। ਜਿਵੇਂ ਕਿ ਮੈਂ ਕੈਨੇਡਾ ਦੀ ਹੀ ਗੱਲ ਤੋਂ ਸ਼ੁਰੂਆਤ ਕਰਨਾ ਚਾਹੂੰਗੀ ਕਿ ਬਹੁਤ ਟਾਈਮ ਆਪਾਂ ਵੇਖ ਲਿਆ ਕਿ ਪਹਿਲਾਂ ਬਹੁਤ ਸਾਰੀ ਜ਼ਿਆਦਾ ਫਾਈਲਸ ਲੱਗੀਆਂ ਸੀ, ਪੈਂਡਿੰਗ ਵੀ ਚੱਲਿਆ, ਰਿਫਿਊਜ਼ਲਸ ਵੀ ਆਏ, ਪਰ ਹੁਣ ਆਪਾਂ ਗੱਲ ਕਰੀਏ ਤਾਂ ਜਿਹੜੇ ਸਟੂਡੈਂਟਸ ਹੁਣ ਆਪਣੀ ਫਾਈਲ ਲਗਾਉਣਾ ਚਾਹ ਰਹੇ ਨੇ ਉਹਨਾਂ ਨੂੰ ਤੁਸੀਂ ਕੀ ਸੁਜੈਸਟ ਕਰ ਰਹੇ ਹੋ, ਕਿਸ ਤਰ੍ਹਾਂ ਦਾ ਰੁਝਾਨ ਚੱਲ ਰਿਹਾ? ਬਿਲਕੁਲ ਜੀ। ਦੇਖੋ ਅਸੀਂ ਪਿਛਲੇ ਕਾਫੀ ਸ਼ੋਜ਼ ਦੇ ਵਿੱਚ ਇਹ ਗੱਲ ਕੀਤੀ ਕਿ ਰੈਗੂਲਰ ਜਿਹੜੀਆਂ ਨੇ ਰਿਫਿਊਜ਼ਲ ਬਹੁਤ ਜ਼ਿਆਦਾ ਆ ਰਹੀਆਂ ਸੀ। ਜਨਵਰੀ ਇਨਟੇਕ ਜਿਹੜਾ ਬਹੁਤ ਬੁਰਾ ਇਨਟੇਕ ਗਿਆ ਸਭ ਦਾ, ਔਰ 70% ਦੇ ਕਰੀਬ ਰਿਫਿਊਜ਼ਲ ਰਿਹਾ। ਅੱਛੇ ਬੈਂਡ ਵਾਲਿਆਂ ਦੀ ਰਿਫਿਊਜ਼ਲ ਆਈ, 7 ਬੈਂਡ ਵਾਲੇ ਦੀ ਰਿਫਿਊਜ਼ਲ ਆਈ। ਇਸ ਤੋਂ ਇਲਾਵਾ ਕੀ ਹੈ ਕਿ ਇਹ ਮੈਂ ਇਹ ਨਹੀਂ ਕਹਾਂਗਾ ਕਿ ਕੋਈ ਅਸੀਂ ਸਾਡਾ ਕੋਈ 100% ਰੇਸ਼ੋ ਰਹੀ, ਨਹੀਂ, ਮੈਕਸੀਮਮ ਜਿਹੜੀਆਂ ਸੀ ਉਹ ਰਿਫਿਊਜ਼ਲ ਉਸ ਟਾਈਮ ਰਹੀਆਂ, ਬਿਕੋਜ਼ ਤੁਹਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਫਾਈਲਸ ਹੋਣ ਦੇ ਕਰਕੇ ਉਹਨਾਂ ਦੀ ਇੱਕ ਲਿਮਿਟੇਸ਼ਨ ਸੀ ਕਿ ਇੰਨੇ ਬੱਚੇ ਜਿਹੜੇ ਨੇ ਜਾ ਸਕਦੇ ਨੇ। ਪਰ ਅੱਜ ਦੀ ਗੱਲ ਜਿਹੜੀ ਹੈ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਟ੍ਰੈਂਡ ਬਿਲਕੁਲ ਚੇਂਜ ਹੋ ਚੁੱਕਾ ਹੈ। ਜਿਹੜੇ ਵੀਜ਼ਾ ਸਾਡੇ ਹੁਣ ਮਈ ਇਨਟੇਕ ਲਈ ਲੱਗੇ ਸੀ ਜਾਂ ਮਾਰਚ ਲਈ ਲੱਗੇ ਸੀ, ਉਹਨਾਂ ਦੇ ਰਿਜ਼ਲਟ ਬਹੁਤ ਹੀ ਅੱਛੇ ਨੇ। ਇਹਨਾਂ ਰੀਜ਼ਨ ਇਹ ਵੀ ਹੈਗਾ ਹੈ ਕਿ ਜਿਹੜਾ ਹੁਣ ਆਸਟ੍ਰੇਲੀਆ ਓਪਨ ਹੋ ਗਿਆ ਹੈ, ਔਰ ਇਸ ਤੋਂ ਇਲਾਵਾ ਨਿਊਜ਼ੀਲੈਂਡ ਵੀ ਬਹੁਤ ਜਲਦੀ ਓਪਨ ਕਰਨ ਦੀ ਸੋਚ ਰਿਹਾ ਹੈ, ਔਰ ਕੈਨੇਡਾ ਨੂੰ ਵੀ ਇਸ ਚੀਜ਼ ਦਾ ਪਤਾ ਹੈ ਕਿ ਆਸਟ੍ਰੇਲੀਆ ਜਿਹੜਾ ਹੈ ਉਹ 70% ਸਟੂਡੈਂਟ ਜਿਹੜਾ ਉਹ ਆਪਣੀ ਤਰਫ ਖਿੱਚ ਰਿਹਾ ਹੈ। ਤੇ ਕੈਨੇਡਾ ਨੂੰ ਹੁਣ ਇਸ ਚੀਜ਼ ਤੇ ਡਿਸੀਜਨ ਲੈਣਾ ਹੀ ਪੈਣਾ ਸੀ ਕਿ ਜਲਦੀ ਤੋਂ ਜਲਦੀ ਜਿਹੜੇ ਵੀਜ਼ਾ ਓਪਨ ਕੀਤੇ ਜਾਣ, ਜਿਹੜੀਆਂ ਰਿਫਿਊਜ਼ਲਸ ਨੇ ਉਹਨਾਂ ਨੂੰ ਘੱਟ ਕੀਤਾ ਜਾਵੇ, ਕਿਉਂਕਿ ਇੰਨੀਆਂ ਜ਼ਿਆਦਾ ਰਿਫਿਊਜ਼ਲ ਦੇ ਕਰਕੇ ਬੱਚਿਆਂ ਦਾ ਵੀ ਇੰਟਰਸਟ ਜਿਹੜਾ ਉਹ ਖਤਮ ਹੁੰਦਾ ਜਾ ਰਿਹਾ ਸੀ, ਕਿਉਂਕਿ ਅੱਛਾ ਬੱਚਾ ਜਿਹੜਾ ਉਹ ਨਹੀਂ ਚਾਹੁੰਦਾ ਕਿ ਉਹਦੀ ਇੱਕ ਵੀ ਰਿਫਿਊਜ਼ਲ ਆਵੇ। ਇਸ ਕਰਕੇ ਹੁਣ ਜਿਹੜਾ ਹੈ ਰੁਝਾਨ ਚੇਂਜ ਹੋ ਰਿਹਾ ਹੈ, ਰੈਗੂਲਰ ਚੇਂਜ ਹੋ ਰਿਹਾ ਹੈ। ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹਾਂਗਾ ਕਿ ਕੱਲ ਹੀ ਸਾਡੇ ਜਿਹੜੇ ਨੇ 2 ਵੀਜ਼ਾ ਆਏ ਨੇ, ਦੋਨੋਂ ਕੈਨੇਡਾ ਦੇ ਵੀਜ਼ਾ ਆਏ ਨੇ। ਇਹ ਦੋਨੋਂ ਬੱਚੇ ਉਹ ਨੇ ਜਿਨ੍ਹਾਂ ਦੇ ਜਨਵਰੀ 'ਚ ਰਿਫਿਊਜ਼ਲ ਸੀ। ਇੱਕ ਬੱਚੇ ਦਾ ਪੀਟੀ ਦੇ ਵਿੱਚੋਂ 54 ਸਕੋਰ ਸੀ ਔਰ ਉਹਨੂੰ ਜਨਵਰੀ ਦੇ ਵਿੱਚ ਰਿਫਿਊਜ਼ਲ ਦੇ ਦਿੱਤੀ ਗਈ ਸੀ। ਇਸ ਕਰਕੇ ਉਹਦੇ 'ਚ ਲੈਂਗੁਏਜ ਦੀ ਉਹਨਾਂ ਨੇ ਲੈਂਗੁਏਜ ਐਬਿਲਿਟੀ ਤੇ ਕੁਐਸਚਨ ਕੀਤਾ ਸੀ, ਔਰ ਸੈਕੰਡਲੀ ਉਹਦੀ ਜਿਹੜੀ ਹੈ ਫਾਈਨੈਂਸ਼ੀਅਲ ਐਬਿਲਿਟੀ ਤੇ ਉਹਨੂੰ ਕੁਐਸਚਨ ਕੀਤਾ ਗਿਆ ਸੀ। ਅਸੀਂ ਦੋਨੋਂ ਹੀ ਉਹਨਾਂ ਦੇ ਓਬਜੈਕਸ਼ਨ ਦੂਰ ਕਰਕੇ ਉਹਨਾਂ ਫਾਈਲ ਨੂੰ ਦੁਬਾਰਾ ਲਗਾਇਆ, ਔਰ ਕੱਲ ਉਹ ਬੱਚਾ ਜਿਹੜਾ ਹੈ ਹਰਿਆਣਾ ਦਾ ਹੈ, ਗੁਰਪਿਆਰ ਸਿੰਘ ਉਹਦਾ ਨਾਮ ਹੈ, ਔਰ ਉਸ ਬੱਚੇ ਦਾ ਕੱਲ ਜਿਹੜਾ ਹੈ ਦੁਬਾਰਾ ਵੀਜ਼ਾ ਆਇਆ ਔਰ ਵਿਦਨ 15 ਡੇਜ਼ ਵੀਜ਼ਾ ਆਇਆ। ਮੈਂ ਦੁਬਾਰਾ ਫਾਈਲ ਲਗਾਈ ਪਿੱਛੇ ਅਸੀਂ ਕੋਈ 15 ਦਿਨ ਪਹਿਲਾਂ ਹੀ, ਔਰ ਕੱਲ ਉਹਦਾ ਡਿਸੀਜਨ ਆ ਗਿਆ ਔਰ ਉਹਨੂੰ ਬੱਚੇ ਨੂੰ ਵੀਜ਼ਾ ਮਿਲਿਆ। ਇੱਕ ਜਿਹੜੀ ਦੂਜਾ ਬੱਚਾ ਹੈ ਉਹ ਵੀ ਮੇਰਾ ਜਿਹੜਾ ਪਹਿਲਾਂ ਰਿਫਿਊਜ਼ ਸੀ, ਉਹ ਵੀ ਟੋਰਾਂਟੋ 'ਚ ਇੱਕ ਕਾਲਜ ਤੋਂ ਪਹਿਲਾਂ ਰਿਫਿਊਜ਼ ਹੈਗਾ ਸੀ, ਔਰ ਉਹ ਵੀ ਬੱਚੇ ਦਾ ਜਿਹੜਾ ਸਕੋਰ ਸੀ 1 ਚੋਂ 5.5 ਸੀ, ਓਵਰਆਲ 6 ਸੀ, ਬਟ ਉਹਨੂੰ ਰਿਫਿਊਜ਼ਲ ਦੇ ਦਿੱਤੀ ਗਈ ਸੀ ਉਸ ਦੌਰਾਨ, ਔਰ ਸੇਮ ਉਹਦੇ 'ਚ ਵੀ ਜਿਹੜੀ ਓਬਜੈਕਸ਼ਨ ਲਗਾਈ ਗਈ ਸੀ। ਉਹ ਬੱਚੇ ਨੂੰ ਹੁਣ ਅਸੀਂ ਉਹਦਾ ਡਿਸੀਜਨ ਜਿਹੜਾ ਹੈ ਕੋਈ 28-29 ਦਿਨ 'ਚ ਆਇਆ ਹੈ, ਔਰ ਉਹ ਬੱਚੇ ਦਾ ਜਿਹੜਾ ਹੈ ਵੀਜ਼ਾ ਹੁਣ ਸਾਡੇ ਕੋਲ ਆ ਚੁੱਕਾ ਹੈ। ਉਹਦਾ ਵੀ ਇਹ ਲੜਕੀ ਹੈ ਜਿੰਦਾ ਵੀਜ਼ਾ ਆਇਆ ਹੈ, ਮੈਂ ਨਾਮ ਭੁੱਲ ਗਿਆ, ਬਟ ਇਹ ਹੈ ਕਿ ਉਸ ਬੱਚੇ ਦਾ ਵੀਜ਼ਾ ਜਿਹੜਾ ਹੈ ਉਹ ਹੁਣ ਸਾਡੇ ਕੋਲ ਆ ਚੁੱਕਾ ਹੈ, ਔਰ ਦੋਨੋਂ ਵੀਜ਼ਾ ਜਿਹੜੇ ਨੇ ਕੱਲ ਆਏ ਨੇ, ਔਰ ਹੋਰ ਵੀ ਵੀਜ਼ਾ ਜਿਹੜੇ ਨੇ ਫਟਾਫਟ ਆ ਰਹੇ ਨੇ। ਪਿਛਲੇ 4-5 ਦਿਨ 'ਚ ਕੋਈ 8-9 ਵੀਜ਼ਾ ਅਸੀਂ ਲੈ ਚੁੱਕੇ ਹਾਂ, ਔਰ ਇਹਨਾਂ ਵਿੱਚੋਂ ਰਿਫਿਊਜ਼ਲ ਕੇਸ ਜਿਹੜੇ ਪੁਰਾਣੇ ਸੀ ਉਹਨਾਂ ਦੇ ਵੀਜ਼ਾ ਬਹੁਤ ਜ਼ਿਆਦਾ ਨੇ। 4-5 ਵੀਜ਼ਾ ਇੱਦਾਂ ਦੇ ਨੇ ਜਿਹੜੇ ਪੁਰਾਣੇ ਕੇਸ ਰਿਫਿਊਜ਼ਲ ਸੀ। ਤਾਂ ਇਸ ਕਰਕੇ ਜਿਹੜੇ ਬੱਚੇ ਜਿਨ੍ਹਾਂ ਦੇ ਪਹਿਲਾਂ ਰਿਫਿਊਜ਼ਲ ਆਈ ਸੀ ਸਤੰਬਰ ਵਿੱਚ, ਤੁਹਾਨੂੰ ਪਤਾ ਹੈ ਕਿ 60-70% ਰਿਫਿਊਜ਼ਲ ਆਈ ਸੀ, ਔਰ ਉਹਦੇ 'ਚ ਅਸੀਂ ਕਾਫੀਆਂ ਨੇ ਏਜੰਟ ਨੂੰ ਵੀ ਦੋਸ਼ ਦਿੱਤਾ ਹੈ ਕਿ ਨਹੀਂ ਜੀ ਏਜੰਟ ਦੀ ਵਜ੍ਹਾ ਕਰਕੇ ਰਿਫਿਊਜ਼ਲ ਆਈ ਹੈ, ਬਟ ਇੱਦਾਂ ਦੇ ਕੋਈ ਗੱਲ ਨਹੀਂ ਸੀ, ਕਿਉਂਕਿ ਬਹੁਤ ਜ਼ਿਆਦਾ ਚੀਜ਼ਾਂ ਜਿਹੜੀਆਂ ਨੇ ਉਸ ਟਾਈਮ ਸਾਡੇ ਫੇਵਰ 'ਚ ਨਹੀਂ ਸੀ, ਕਿਉਂਕਿ ਬਹੁਤ ਜ਼ਿਆਦਾ ਫਾਈਲਸ ਹੋਣ ਕਰਕੇ ਕੋਵਿਡ ਦੀ ਪੋਜੀਸ਼ਨ ਇੰਨੀ ਜ਼ਿਆਦਾ ਸੀ, ਕੋਵਿਡ ਦੇ ਕਰਕੇ ਵੀ ਫਾਈਲਸ ਬਹੁਤ ਰਿਜੈਕਟ ਹੋਈਆਂ। ਤਾਂ ਹੁਣ ਦੇਖੋ ਹਰ ਇੱਕ ਚੀਜ਼ ਜਿਹੜੀ ਹੈ ਸਮੂਥਲੀ ਚੱਲਣੀ ਸ਼ੁਰੂ ਹੋ ਗਈ ਹੈ। ਬਹੁਤ ਸਾਰੀ ਕੰਟਰੀਜ਼ ਨੇ ਕੋਵਿਡ ਦੇ ਰੂਲ ਬਿਲਕੁਲ ਚੇਂਜ ਕਰ ਦਿੱਤੇ ਨੇ, ਉਹਨਾਂ ਨੇ ਈਵਨ ਕਿ ਮਾਸਕ ਵੀ ਹਟਾ ਦਿੱਤੇ ਨੇ ਕਿ ਤੁਸੀਂ ਆਰਾਮ ਨਾਲ ਆਪਣਾ ਘੁੰਮ ਫਿਰ ਸਕਦੇ ਹੋ। ਉਹਨਾਂ ਨੇ ਇਹਨੂੰ ਇੱਕ ਜਿਹੜਾ ਹੈ ਨੋਰਮਲ ਬਿਮਾਰੀ ਜਿਹੜਾ ਡਿਕਲੇਅਰ ਕਰ ਦਿੱਤਾ ਕਿ ਨੋਰਮਲ ਇਨਫੈਕਸ਼ਨ ਹੈਗੀ ਆ, ਤੁਸੀਂ ਇਹਨੂੰ ਐਜ਼ ਇੱਕ ਨੋਰਮਲ ਜਿਹੜਾ ਜਿਵੇਂ ਖਾਂਸੀ ਜ਼ੁਕਾਮ ਕਹਿੰਦੇ ਉਹਨੂੰ ਟਰੀਟ, ਜਿਵੇਂ ਯੂਕੇ ਨੇ ਅਨਾਊਂਸ ਕਰ ਦਿੱਤਾ ਹੈ, ਇਸ ਤੋਂ ਇਲਾਵਾ ਆਸਟ੍ਰੇਲੀਆ ਨੇ ਵੀ ਅਨਾਊਂਸ ਕਰ ਦਿੱਤਾ ਹੈ, ਹੋਰ ਵੀ ਬਹੁਤ ਸਾਰੀਆਂ ਜਿਹੜੀਆਂ ਕੰਟਰੀਜ਼ ਨੇ ਉਹਨਾਂ ਨੇ ਅਨਾਊਂਸ ਕਰ ਦਿੱਤਾ ਹੈ। ਪਰ ਇਹਦਾ ਪੂਰਾ ਜਿਹੜਾ ਬੈਨੀਫਿਟ ਹੈਗਾ ਹੈ ਉਹ ਸਾਨੂੰ ਜਿਹੜਾ ਹੈ ਵੀਜ਼ਾ ਦੇ ਵਿੱਚ ਮਿਲਣ ਵਾਲਾ ਹੈ, ਕਿਉਂਕਿ ਜਿਹੜੀ ਕੈਨੇਡਾ ਹੈ ਉਹਨਾਂ ਨੂੰ ਪਤਾ ਹੈ ਕਿ ਜੇ ਬੱਚੇ ਹੁਣ ਜ਼ਿਆਦਾਤਰ ਦੂਸਰੀ ਕੰਟਰੀਜ਼ ਵੱਲ ਮੂਵ ਹੋ ਜਾਣਗੇ ਤਾਂ ਉਹਨਾਂ ਦੀ ਇੱਕ ਜਿਹੜੀ ਆਰਥਿਕ ਜਿਹੜੀ ਜੀ ਮੈਂ ਕਹਾਂਗਾ ਕਿ ਇਕਨੋਮਿਕ ਜਿਹੜੀ ਸਿਚੁਏਸ਼ਨ ਹੈਗੀ ਆ ਉਹ ਫਿਰ ਖਤਰੇ 'ਚ ਆ ਸਕਦੀ ਹੈ, ਜਾਂ ਫਿਰ ਜਿਹੜਾ ਹੈ ਉੱਥੇ ਉਹਨਾਂ ਨੂੰ ਪੈਸਾ ਇੰਟਰਨੈਸ਼ਨਲ ਸਟੂਡੈਂਟਸ ਤੋਂ ਜੋ ਪੈਸਾ ਉਹ ਕਮਾਉਂਦੇ ਨੇ ਉਹ ਫਿਰ ਘੱਟ ਹੋ ਜਾਏਗਾ, ਕਿਉਂਕਿ ਸਟੂਡੈਂਟ ਜਿਹੜਾ ਰੁਝਾਨ ਆ ਉਹ ਦੂਜੀ ਕੰਟਰੀ ਵੱਲ ਸ਼ਿਫਟ ਹੋ ਜਾਏਗਾ।
ਤਾਂ ਹੁਣ ਇਹ ਬਹੁਤ ਹੀ ਵਧੀਆ ਮੌਕਾ ਜੋ ਅਗਰ ਤੁਸੀਂ ਅਪਲਾਈ ਕਰਨਾ ਹੈ ਕੈਨੇਡਾ ਤਾਂ ਕੈਨੇਡਾ 'ਚ ਤੁਹਾਨੂੰ ਇਸ ਟਾਈਮ ਅਪਲਾਈ ਕਰਨਾ ਚਾਹੀਦਾ ਹੈ। ਬੇਸ਼ੱਕ ਤੁਸੀਂ 2 ਵਾਰ ਰਿਫਿਊਜ਼ਲ ਹੋ, ਤੁਹਾਡੀ 3 ਵਾਰ ਰਿਫਿਊਜ਼ਲ ਹੈ, 1 ਵਾਰ ਰਿਫਿਊਜ਼ਲ ਹੈ, ਅਗਰ ਤੁਸੀਂ ਸਾਨੂੰ ਲੱਗਦਾ ਹੈ ਕਿ ਤੁਹਾਡੀ ਫਾਈਲ ਜਿਹੜੀ ਲੱਗਣ ਵਾਲੀ ਹੈ, ਸਾਨੂੰ ਲੱਗਦਾ ਹੈ ਕਿ ਉਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ, ਅਸੀਂ ਵੀਜ਼ਾ ਲੈ ਸਕਦੇ ਹਾਂ, ਤਾਂ ਉਹ ਜਿਹੜਾ ਵੀਜ਼ਾ ਤੁਹਾਡਾ ਜ਼ਰੂਰ ਆਏਗਾ। ਜੀ 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 ਬਿਲਕੁਲ। ਤੇ ਮੈਨੂੰ ਪੂਰੀ ਉਮੀਦ ਹੈ ਕਿ ਸਾਰੇ ਦਰਸ਼ਕ ਇਹਨਾਂ ਚੀਜ਼ਾਂ ਨੂੰ ਜ਼ਰੂਰ ਸਮਝ ਰਹੇ ਨੇ, ਕਿਉਂਕਿ ਕੁਝ ਸਮਾਂ ਪਹਿਲਾਂ ਤੱਕ ਜਨਵਰੀ ਇਨਟੇਕ ਤੱਕ ਜ਼ਰੂਰ ਇਹ ਮਾਹੌਲ ਬਣਿਆ ਹੋਇਆ ਸੀ ਕਿ ਸਾਰੇ ਡਰ ਰਹੇ ਸੀ ਕਿ ਜਿਸ ਤਰੀਕੇ ਨਾਲ ਰਿਫਿਊਜ਼ਲਸ ਆ ਰਹੀਆਂ ਸੀ, ਪਰ ਹੁਣੇ ਜਿਵੇਂ ਗੁਰਤੇਜ ਸੰਧੂ ਜੀ ਦੱਸ ਰਹੇ ਨੇ ਕਿ ਰਿਫਿਊਜ਼ਲ ਕੇਸਿਸ ਵੀ ਦੁਬਾਰਾ ਅਪਲਾਈ ਕੀਤੇ ਗਏ, ਉਹਨਾਂ ਦੇ ਸਕਸੈਸਫੁਲੀ ਜੋ ਹੈ ਵੀਜ਼ਾਸ ਆ ਚੁੱਕੇ ਨੇ ਕੈਨੇਡਾ ਦੇ। ਸੋ ਤੁਸੀਂ ਵੀ ਅਗਰ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਦੇਰੀ ਨਾ ਬਿਲਕੁਲ ਵੀ ਕਰੋ, ਚਾਹੇ ਕਿ ਤੁਹਾਡੇ ਪਹਿਲਾਂ ਰਿਫਿਊਜ਼ਲ ਵੀ ਆ ਚੁੱਕੀ ਹੈ, ਫਿਰ ਵੀ ਤੁਸੀਂ ਜ਼ਰੂਰ ਕੈਨੇਡਾ ਦੇ ਲਈ ਸਟੱਡੀ ਵੀਜ਼ਾ ਲਈ ਅਪਲਾਈ ਕਰ ਸਕਦੇ ਹੋ। ਵੀਜ਼ਾ ਦੇ ਸਕਸੈਸ ਰੇਟ ਵਧੀਆ ਹੁਣ ਚੱਲ ਰਿਹਾ ਹੈ, ਤੇ ਹੋਰ ਜਾਣਕਾਰੀ ਚਾਹੀਦੀ ਹੋਵੇ ਤਾਂ ਜੋ ਲਗਾਤਾਰ ਨੰਬਰ ਡਿਸਪਲੇ ਹੋ ਰਹੇ ਸਕਰੀਨ ਦੇ ਉੱਪਰ, ਇਸ ਉੱਪਰ ਕਾਲ ਕਰਕੇ ਤੁਸੀਂ ਈਜ਼ੀਵੇ ਕੰਸਲਟੈਂਸੀ ਦੀ ਟੀਮ ਤੋਂ ਜੋ ਹੈ ਵਧੀਆ ਗਾਈਡੈਂਸ, ਵਧੀਆ ਸਲਾਹ ਜ਼ਰੂਰ ਲੈ ਸਕਦੇ ਹੋ। ਤੇ ਜੇਕਰ ਤੁਸੀਂ ਵਿਜ਼ਿਟ ਕਰਨਾ ਚਾਹੋ ਤਾਂ ਚੰਡੀਗੜ੍ਹ ਸੈਕਟਰ 17 ਵਿੱਚ ਇਹਨਾਂ ਦਾ ਆਫਿਸ ਹੈ, ਤੁਸੀਂ ਵਿਜ਼ਿਟ ਕਰ ਸਕਦੇ ਹੋ, ਆਪਣੇ ਡਾਕੂਮੈਂਟਸ ਲੈ ਕੇ ਨਾਲ ਪਹੁੰਚੋ। ਬਠਿੰਡਾ ਵਿੱਚ ਇਹਨਾਂ ਦਾ ਆਫਿਸ ਹੈ, ਨਾਲ ਦੀ ਨਾਲ ਕੁਰੂਕਸ਼ੇਤਰ ਅਤੇ ਗੁਰਦਾਸਪੁਰ ਵਿੱਚ ਵੀ ਇਹਨਾਂ ਦਾ ਆਫਿਸ ਹੈ। ਤੁਹਾਨੂੰ ਜਿੱਥੇ ਨੇੜੇ ਲੱਗਦਾ, ਈਜ਼ੀ ਲੱਗਦਾ, ਤੁਸੀਂ ਉੱਥੇ ਜ਼ਰੂਰ ਪਹੁੰਚੋ ਆਪਣੇ ਡਾਕੂਮੈਂਟਸ ਲੈ ਕੇ। ਜਿਵੇਂ ਕਿ ਤੁਸੀਂ ਹੁਣ ਗੱਲ ਕੀਤੀ ਹੈ, ਚਲੋ ਆਪਾਂ ਦੇਖ ਰਹੇ ਹਾਂ ਕਿ ਵੀ ਹੁਣ ਵੀਜ਼ਾ ਸਕਸੈਸ ਰੇਟ ਅੱਛਾ ਆ ਰਿਹਾ, ਤਾਂ ਆਪਾਂ ਪ੍ਰੋਫਾਈਲ ਵਾਈਜ਼ ਥੋੜੀ ਜਿਹੀ ਗੱਲ ਕਰ ਲਈਏ। ਓਵਰਆਲ 6 ਸੀਚ ਵਾਲੇ ਸਟੂਡੈਂਟਸ ਨੂੰ, ਜਾਂ ਫਿਰ ਜਿਹੜੇ ਆਪਾਂ ਕਹਿੰਦੇ ਕਿ ਇੱਕ ਮੋਡਿਊਲ 'ਚ 5.5 ਰਹਿ ਜਾਂਦੇ ਹਨਾ, ਉਹਨਾਂ ਲਈ ਇਸ ਸਮੇਂ ਡਿਸੀਜਨ ਲੈਣ ਵੇਲੇ ਉਹਨਾਂ ਨੂੰ ਕਿਹਨਾਂ ਚੀਜ਼ਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ? ਦੇਖੋ, ਇਹ ਬਹੁਤ ਜ਼ਰੂਰੀ ਹੈ ਕਿ ਇੱਕ 'ਚੋਂ ਜਿਹੜੇ 5.5 ਬੈਂਡ ਨੇ, ਅਸੀਂ ਪਹਿਲਾਂ ਬਿਲਕੁਲ ਇਗਨੋਰ ਕਰ ਰਹੇ ਸੀ ਜਦੋਂ ਅਸੀਂ ਜਨਵਰੀ ਇਨਟੇਕ ਦਾ ਹਾਲਾਤ ਦੇਖੇ ਕਿ ਮੈਕਸਿਮਮ ਰਿਫਿਊਜ਼ਲ ਨੇ ਇੱਕ 'ਚੋਂ 5.5 ਵਾਲੀਆਂ, ਬਟ ਹੁਣ ਜਿਹੜਾ ਹੈ ਸਿਚੁਏਸ਼ਨ ਚੇਂਜ ਹੋਣ ਕਰਕੇ ਇੱਕ 'ਚੋਂ 5.5 ਵਾਲੇ ਦਾ ਵੀਜ਼ਾ ਆਇਆ ਹੈ, ਔਰ ਰੈਗੂਲਰ ਜਿਹੜੇ ਨੇ ਵੀਜ਼ਾ ਹੁਣ ਪ੍ਰਾਈਵੇਟ ਕਾਲਜ ਦੇ ਵੀ ਆ ਰਹੇ ਨੇ, ਮੈਂ ਦੇਖਿਆ। ਤਾਂ ਇਸ ਕਰਕੇ ਇਹ ਚੰਗੇ ਹਾਲਾਤ ਨੇ। ਅਗਰ ਤੁਹਾਡੇ ਇੱਕ 'ਚੋਂ 5.5 ਬੈਂਡ ਨੇ ਪਰ ਤੁਹਾਡਾ ਸਕੋਰ ਅੱਛਾ, ਇਟ ਮੀਨਸ ਕਿ ਤੁਸੀਂ ਜਿਹੜਾ +2 'ਚ ਨੰਬਰ ਨੇ ਤੁਹਾਡੇ, ਅਗਰ +2 'ਚ ਵਿੱਚੋਂ 70% ਪਲੱਸ ਨੰਬਰ ਨੇ ਜਾਂ 80% ਪਲੱਸ ਨੰਬਰ ਨੇ, ਤਾਂ ਉਹਨਾਂ ਨੰਬਰਸ ਦੇ ਨਾਲ ਜਿਹੜਾ ਤੁਹਾਨੂੰ ਇੱਕ ਬੈਨੀਫਿਟ ਇਹ ਹੋ ਜਾਂਦਾ ਹੈ ਕਿ ਤੁਹਾਨੂੰ ਵੀਜ਼ਾ ਆਫਿਸਰ ਜਿਹੜੇ ਇੱਕ ਫੇਵਰ ਕਰਦਾ ਹੈ ਤੁਹਾਡੀ, ਕਿ ਠੀਕ ਕਹਿੰਦੇ ਇੱਕ 'ਚੋਂ 5.5 ਬੈਂਡ ਨੇ, ਬਟ ਸਭ ਤੋਂ ਵਧੀਆ ਜਿਹੜੀ ਗੱਲ ਇਹ ਹੈਗੀ ਹੈ ਕਿ ਇਹਦੇ ਨੰਬਰ ਬਹੁਤ ਅੱਛੇ ਨੇ। ਇਟ ਮੀਨਸ ਕਿ ਉਹ ਤੁਹਾਨੂੰ ਇਸ ਚੀਜ਼ ਤੋਂ ਜਿਹੜਾ ਇਗਨੋਰ ਕਰੇਗਾ ਇੱਕ 'ਚੋਂ 5.5 ਬੈਂਡ ਨੂੰ, ਔਰ ਤੁਹਾਡੇ ਵੀਜ਼ਾ ਲੱਗਣ ਦੇ ਚਾਂਸਸ ਬਹੁਤ ਜ਼ਿਆਦਾ ਹੋ ਜਾਂਦੇ ਨੇ। ਤਾਂ ਇਹ ਦੋਵੇਂ ਚੀਜ਼ਾਂ ਬਹੁਤ ਜ਼ਰੂਰੀ ਨੇ, ਜਾਂ ਤਾਂ ਤੁਹਾਡਾ ਅਕੈਡਮਿਕ ਬਹੁਤ ਅੱਛਾ ਹੋਵੇ ਜਾਂ ਤੁਹਾਡਾ ਆਇਲਸ ਬਹੁਤ ਅੱਛਾ ਹੋਵੇ। ਜੇ ਆਇਲਸ ਅੱਛਾ ਹੈ ਤਾਂ ਚਲੋ ਇੱਕ 'ਚੋਂ ਕੋਈ 50% ਵੀ ਹੈਗੇ ਨੇ ਜਾਂ 50 'ਚੋਂ ਇੱਕ 'ਚੋਂ ਘੱਟ ਵੀ ਹੈਗੇ ਨੇ ਤਾਂ ਵੀ ਵੀਜ਼ਾ ਆਉਂਦਾ ਹੈ। ਪਰ ਅਗਰ ਦੋਨੋਂ ਚੀਜ਼ਾਂ ਦੀ ਦਿੱਕਤ ਹੈਗੀ ਆ, ਫਿਰ ਮੈਂ ਸਲਾਹ ਦੇਵਾਂਗਾ ਕਿ ਉਹਨੂੰ ਇੱਕ ਨੂੰ ਇੰਪਰੂਵ ਕੀਤਾ ਜਾਵੇ, ਘੱਟੋ ਘੱਟ ਆਇਲਸ ਨੂੰ ਦੁਬਾਰਾ ਕਰ ਲਿਆ ਜਾਵੇ, ਤਾਂ ਕਿ ਜਿਹੜਾ ਤੁਹਾਡੀ ਦੁਬਾਰਾ ਰਿਫਿਊਜ਼ਲ ਨਾ ਆਵੇ। ਬਟ ਇਸ ਡਿਊਰੇਸ਼ਨ ਦੇ ਵਿੱਚ ਜਿਹੜਾ ਹੈ ਫਾਈਲਸ ਦੀ ਗਿਣਤੀ 50% ਵੀ ਘਟ ਗਈ ਆ। ਮੈਂ ਕਹਾਂਗਾ ਕਿ 50% ਲੋਕ ਜਿਹੜੇ ਨੇ ਡਾਈਵਰਟ ਹੋ ਗਏ ਨੇ ਦੂਜੀ ਕੰਟਰੀ ਵੱਲ। ਤਾਂ ਇਸ ਕਰਕੇ ਕੈਨੇਡਾ ਦੇ ਵਿੱਚ ਜਿਹੜਾ ਹੈ ਹੁਣ ਸਕੋਪ ਅੱਛਾ ਹੈ, ਉੱਥੇ ਤੁਹਾਡੇ ਵੀਜ਼ਾ ਦੇ ਚਾਂਸਸ ਬਹੁਤ ਜ਼ਿਆਦਾ ਰਹਿਣਗੇ ਅਗਰ ਉਹਦੇ ਬੈਂਡ ਅੱਛੇ ਨੇ, ਸਭ ਚੀਜ਼ਾਂ ਅੱਛੀਆਂ ਨੇ, ਔਰ ਲੱਗਦਾ ਹੈ ਕਿ ਵੀਜ਼ਾ ਆਏਗਾ ਉਹ ਸਾਡੀ ਟੀਮ ਨੂੰ ਜ਼ਰੂਰ ਮਿਲੇ, ਤਾਂ ਕਿ ਕੈਨੇਡਾ ਦਾ ਜਿਹੜਾ ਉਹਦਾ ਜਾਣ ਦਾ ਸੁਪਨਾ ਹੈ ਉਹਨੂੰ ਅਸੀਂ ਸਾਕਾਰ ਕਰ ਸਕੀਏ। ਔਰ ਜਿਹੜਾ ਹੈ ਅਸੀਂ ਤੁਹਾਨੂੰ, ਸਾਡੀ ਟੀਮ ਨੂੰ ਆ ਕੇ ਮਿਲੋ, ਤੁਹਾਨੂੰ ਪਤਾ ਲੱਗੇਗਾ, ਤੁਹਾਡੇ 'ਚ ਕੌਨਫੀਡੈਂਸ ਵਧੇਗਾ ਕਿ ਕਿਸ ਤਰ੍ਹਾਂ ਤੁਹਾਡਾ ਵੀਜ਼ਾ ਲੱਗ ਸਕਦਾ ਹੈ, ਤੇ ਅਸੀਂ ਕਿੰਨਾ ਕੁ ਜੈਨੂਇਨਲੀ ਕੰਮ ਕਰਦੇ ਹਾਂ, ਕਿੰਨੇ ਤਰੀਕੇ ਨਾਲ ਜਿਹੜਾ ਅਸੀਂ ਬੱਚਿਆਂ ਦਾ ਵੀਜ਼ਾ ਲੈ ਚੁੱਕੇ ਹਾਂ। ਔਰ ਇਹਨਾਂ ਸਭ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਮੈਂ ਕਹਾਂਗਾ ਕਿ ਸਾਡੀ ਕਿਸੇ ਵੀ ਬ੍ਰਾਂਚ ਤੁਸੀਂ ਇੱਕ ਵਾਰੀ ਜ਼ਰੂਰ ਵਿਜ਼ਿਟ ਕਰੋ। ਜਿਵੇਂ ਕਿ ਤੁਹਾਨੂੰ ਆਲਰੇਡੀ ਮੈਡਮ ਦੱਸਿਆ ਹੈ ਕਿ ਅਸੀਂ ਚੰਡੀਗੜ੍ਹ ਸਾਡਾ ਮੇਨ ਆਫਿਸ ਹੈਗਾ। ਅਗਰ ਤੁਹਾਨੂੰ ਕੋਈ ਸਮਝ ਨਹੀਂ ਆਉਂਦੀ ਮੇਰੀ ਬ੍ਰਾਂਚ ਤੋਂ ਤਾਂ ਤੁਸੀਂ ਚੰਡੀਗੜ੍ਹ ਵਿਜ਼ਿਟ ਕਰ ਸਕਦੇ ਹੋ, ਤੁਸੀਂ ਸਾਨੂੰ ਫੋਨ ਕਰ ਸਕਦੇ ਹੋ ਚੰਡੀਗੜ੍ਹ ਵਾਲੇ ਨੰਬਰ 'ਤੇ। ਔਰ ਉਸ ਤੋਂ ਬਾਅਦ ਤੁਸੀਂ ਸਾਡੇ ਬਠਿੰਡਾ ਬ੍ਰਾਂਚ ਵਿਜ਼ਿਟ ਕਰ ਸਕਦੇ ਹੋ, ਸਾਡੇ ਕੁਰੂਕਸ਼ੇਤਰਾ ਬ੍ਰਾਂਚ ਵਿੱਚ ਵਿਜ਼ਿਟ ਕਰ ਸਕਦੇ ਹੋ, ਜਾਂ ਤੁਸੀਂ ਸਾਡੀ ਗੁਰਦਾਸਪੁਰ ਬ੍ਰਾਂਚ ਵਿੱਚ ਵੀ ਵਿਜ਼ਿਟ ਕਰ ਸਕਦੇ ਹੋ। ਗੁਰਦਾਸਪੁਰ ਵਾਲਾ ਆਫਿਸ ਵੀ ਓਪਨ ਹੋ ਗਿਆ ਹੈ ਔਰ ਰੈਗੂਲਰ ਜਿਹੜਾ ਹੈ ਉੱਥੇ ਅਸੀਂ ਇਨਕੁਆਇਰੀਜ਼ ਲੈ ਰਹੇ ਹਾਂ, ਕੋਈ ਪ੍ਰੋਬਲਮ ਨਹੀਂ ਹੈ, ਪ੍ਰੋਪਰ ਜਿਹੜਾ ਸਟਾਫ ਸਾਡਾ ਉੱਥੇ ਬੈਠਾ ਹੋਇਆ। ਤੁਹਾਨੂੰ ਕੋਈ ਵੀ ਦਿੱਕਤ ਹੈਗੀ ਤੁਸੀਂ ਇਹ ਕੰਮ ਕਰ ਸਕਦੇ ਹੋ। ਤੇ ਬਹੁਤ ਹੀ ਜਲਦੀ ਜਿਹੜਾ ਹੈ ਅਸੀਂ ਈਜ਼ੀਵੇ ਆਪਣਾ ਇੱਕ ਸੌਫਟਵੇਅਰ ਲੈ ਕੇ ਆ ਰਿਹਾ ਜਿੰਦੇ ਵਿੱਚ ਅਸੀਂ ਆਨਲਾਈਨ ਕਾਉਂਸਲਿੰਗ ਦੀ ਵੀ ਆਪਸ਼ਨ ਰੱਖੀ ਹੈ। ਇਟ ਮੀਨਸ ਕਿ ਤੁਸੀਂ ਚਾਹੁੰਦੇ ਹੋ, ਤੁਸੀਂ ਕਿਸੇ ਵੀ ਕੋਨੇ 'ਚ ਬੈਠੇ ਹੋ ਦੁਨੀਆ ਦੇ, ਤੁਸੀਂ ਉੱਥੋਂ ਸਾਡੇ ਤੋਂ ਕੋਈ ਕਾਉਂਸਲਿੰਗ ਲੈਣਾ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਕਿ ਮੈਂ ਵੀਜ਼ਾ ਅਪਲਾਈ ਕਰਨਾ ਹੈ ਤਾਂ ਮੇਰੇ ਕੋਲ ਇਹ ਦਿੱਕਤ ਹੈਗੀ ਆ, ਜਾਂ ਮੈਂ ਕਿਸ ਤਰ੍ਹਾਂ ਅਪਲਾਈ ਕਰਾਂ, ਤਾਂ ਤੁਸੀਂ ਸਾਡੀ ਆਨਲਾਈਨ ਕਾਉਂਸਲਿੰਗ ਲੈ ਸਕਦੇ ਹੋ। ਉਹ ਬਹੁਤ ਜਲਦੀ ਸਟਾਰਟ ਕਰਾਂਗੇ, ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਦੋਂ ਸਟਾਰਟ ਕੀਤਾ। ਤੁਸੀਂ ਵੀਡੀਓ ਦੇ ਰਾਹੀਂ ਸਾਡੇ ਨਾਲ ਪ੍ਰੋਪਰ ਕਾਉਂਸਲਿੰਗ ਲੈ ਸਕਦੇ ਹੋ, ਸਾਡੀ ਪੂਰੀ ਟੀਮ ਤੁਹਾਨੂੰ ਉਸ ਕਾਉਂਸਲਿੰਗ ਲਈ ਉੱਥੇ ਮਿਲੇਗੀ ਔਰ ਤੁਸੀਂ ਕਿਸੇ ਵੀ ਜਗ੍ਹਾ ਤੋਂ ਉਹ ਕਾਉਂਸਲਿੰਗ ਲਈ ਐਲੀਜੀਬਲ ਹੋਵੋਗੇ। ਜੀ ਬਿਲਕੁਲ। ਸੋ ਮੇਰੀ ਉਮੀਦ ਹੈ ਕਿ ਤੁਹਾਨੂੰ ਇਹ ਸਾਰਾ ਪ੍ਰੋਸੀਜਰ ਜੋ ਹੈ ਜ਼ਰੂਰ ਚੰਗੀ ਤਰ੍ਹਾਂ ਨਾਲ ਸਮਝ ਆ ਗਿਆ ਹੋਵੇਗਾ, ਤਾਂ ਕਿ ਤੁਸੀਂ ਆਪਣਾ ਕੋਈ ਵੀ ਡਿਸੀਜਨ ਲੈਣਾ ਤਾਂ ਸਭ ਚੀਜ਼ਾਂ ਨੂੰ ਸਮਝਦੇ ਹੋਏ, ਦੇਖਦੇ ਹੋਏ ਆਪਣਾ ਡਿਸੀਜਨ ਲੈ ਸਕੋ। ਤੇ ਅੱਗੋਂ ਆਪਾਂ ਥੋੜੀ ਗੱਲ ਆਸਟ੍ਰੇਲੀਆ ਦੀ ਵੀ ਜ਼ਰੂਰ ਕਰ ਲਈਏ, ਕਿਉਂਕਿ ਜਿਵੇਂ ਆਪਾਂ ਪਹਿਲਾਂ ਵੇਖਿਆ ਕਿ ਜਦੋਂ ਕੈਨੇਡਾ ਵੱਲ ਰਿਫਿਊਜ਼ਲ ਰੇਟ ਬਹੁਤ ਜ਼ਿਆਦਾ ਵਧਿਆ, ਇੱਧਰੋਂ ਆਸਟ੍ਰੇਲੀਆ ਨੇ ਕਈ ਰਿਆਇਤਾਂ ਕਰ ਦਿੱਤੀਆਂ, ਤਾਂ ਉਸ ਤੋਂ ਬਾਅਦ ਆਸਟ੍ਰੇਲੀਆ ਵੱਲ ਰੁਝਾਨ ਵਧਿਆ ਸੀ। ਤਾਂ ਹੁਣ ਅੱਜ ਦੇ ਟਾਈਮ ਵਿੱਚ ਅਗਰ ਦੇਖੀਏ, ਕਿਉਂਕਿ ਜਿੱਥੇ ਖੁੱਲਾ ਥੋੜਾ ਸੱਦਾ ਈਜ਼ੀ ਕਰ ਦਿੱਤਾ
ਦਿੱਤਾ ਜਾਂਦਾ ਤਾਂ ਬਹੁਤ ਜ਼ਿਆਦਾ ਫਾਈਲਸ ਜ਼ਿਆਦਾ ਲੱਗਦੀਆਂ, files, ਤਾਂ ਬਿਲਕੁਲ, ਹੁਣ ਬਿਲਕੁਲ। ਪ੍ਰੈਜ਼ੈਂਟ ਸਿਚੁਏਸ਼ਨ ਕੀ ਚੱਲ ਰਹੀ ਹੈ ਕਿ ਜਿੰਨੀਆਂ ਫਾਈਲਾਂ ਲੱਗੀਆਂ ਉਸ ਹਿਸਾਬ ਨਾਲ ਕਿੰਨੇ ਟਾਈਮ ਦੇ ਵਿੱਚ ਵੀਜ਼ਾਸ ਆ ਰਹੇ ਨੇ? ਬਿਲਕੁਲ ਜੀ। ਦੇਖੋ ਕਿ ਸਭ ਤੋਂ ਵੱਡੀ ਜਿਹੜੀ ਦਿੱਕਤ ਮੈਂ ਹਮੇਸ਼ਾ ਗੱਲ ਕਰਦਾ ਹਾਂ ਕਿ ਸਾਡੇ ਕੀ ਹੈ ਕਿ ਮੈਂ ਕੱਲ੍ਹ ਹੀ ਇੱਕ ਨਿਊਜ਼ਪੇਪਰ ਦੀ ਕਟਿੰਗ ਸੀ ਸਾਡੇ ਕੋਲ, ਔਰ ਉਹਦੇ ਤੇ ਇੱਕ ਗਵਰਨਮੈਂਟ ਵੈਬਸਾਈਟ ਹੈਗੀ ਹੈ ਆਸਟ੍ਰੇਲੀਆ ਦੀ, ਉਹਨਾਂ ਨੇ ਵੀ ਉਹ ਨਿਊਜ਼ ਨੂੰ ਜਿਹੜਾ ਪ੍ਰਿੰਟ ਕੀਤਾ ਹੋਇਆ ਆਪਣੀ ਸਾਈਟ ਤੇ ਜੀ, ਔਰ ਅਸੀਂ ਸ਼ੇਅਰ ਵੀ ਕੀਤੀ ਹੋਈ ਹੈ ਆਪਣੀ ਫੇਸਬੁੱਕ ਤੇ ਕਿ ਕੀ ਹੋਇਆ ਹੈ ਕਿ ਜਿਹੜੇ ਬਹੁਤ ਸਾਰੇ ਬੱਚੇ ਨੇ ਫਰਮ ਨਾਰਥ ਸਾਈਡ ਉਹ ਜਿਹੜੇ ਨੇ ਬੋਗਸ ਡਾਕੂਮੈਂਟ ਲੈ ਕੇ ਜਾ ਰਹੇ ਨੇ। ਓਕੇ, ਇਟ ਮੀਨਸ ਕਿ ਉਹਦੇ ਤੇ ਪ੍ਰੋਪਰ ਲਿਖਿਆ ਹੋਇਆ ਸੀ ਕਿ ਅਗਰ ਇਹ ਬਹੁਤ ਸਾਰੇ ਬੱਚੇ ਜਿਹੜੇ ਨੇ ਉਹ ਫਰਾਡ ਡਾਕੂਮੈਂਟ ਲੈ ਕੇ ਜਾ ਰਹੇ ਨੇ, ਜਿਸ ਕਰਕੇ ਉਹਨਾਂ ਨੂੰ ਉੱਥੋਂ ਡਿਪੋਰਟ ਕੀਤਾ ਜਾਏਗਾ ਜਾਂ ਡਿਪੋਰਟ ਕੀਤਾ ਜਾ ਰਿਹਾ ਹੈ ਆਸਟ੍ਰੇਲੀਆ 'ਚ। ਤਾਂ ਇਹ ਦੇਖੋ ਇਹ ਸਿਚੁਏਸ਼ਨ ਇਦਾਂ ਦੀ ਹੋ ਗਈ ਹੈ ਕਿ ਸਭ ਨੂੰ ਪਤਾ ਲੱਗਿਆ ਜੀ ਓਪਨ ਹੋ ਗਿਆ ਆਸਟ੍ਰੇਲੀਆ ਤੇ ਹੁਣ ਫਟਾਫਟ ਫਾਈਲਾਂ ਲਾਓ, ਔਰ ਕੁਛ ਕੁ ਏਜੰਟ ਇਦਾਂ ਦੀ ਪ੍ਰੈਕਟਿਸ ਕਰਦੇ ਨੇ ਕਿ ਵੀ ਉਹਨਾਂ ਨੂੰ ਇਹ ਲੱਗਦਾ ਕਿ ਚਲੋ ਜਿੱਦਾਂ ਦਾ ਮਰਜ਼ੀ ਕੇਸ ਆ ਉਹਨੂੰ ਤੋੜ ਮਰੋੜ ਕੇ ਬਣਾ ਦਿਓ, ਉਹਨੂੰ ਇਦਾਂ ਹੀ ਫਾਈਲ ਲਗਾ ਦਿਓ। ਉਹਦੇ ਨਾਲ ਕੀ ਹੈ, ਸਭ ਦੀ ਰੈਪੂਟੇਸ਼ਨ ਖਰਾਬ ਹੋ ਰਹੀ ਹੈ, ਸਾਰੇ ਸਟੂਡੈਂਟ ਦੀ ਭਵਿੱਖ ਜਿਹੜਾ ਹੈ ਉਹ ਖਤਰੇ 'ਚ ਆ ਸਕਦਾ ਹੈ। ਤਾਂ ਇਸ ਕਰਕੇ ਮੈਂ ਸਟੂਡੈਂਟ ਨੂੰ ਕਹਿਣਾ ਚਾਹਾਂਗਾ ਕਿ ਤੁਸੀਂ ਜਦੋਂ ਇਹੋ ਜਿਹਾ ਸਟੈਪ ਲੈਂਦੇ ਹੋ ਤਾਂ ਬੜੀ ਸੋਚ ਸਮਝ ਕੇ ਸਟੈਪ ਲਵੋ, ਕਿਉਂਕਿ ਅਗਰ ਤੁਸੀਂ ਕੁਝ ਵੀ ਗਲਤ ਕਰਨ ਜਾ ਰਹੇ ਹੋ ਜਾਂ ਕੁਝ ਵੀ ਗਲਤ ਕਰਕੇ ਪਹੁੰਚਣਾ ਚਾਹੁੰਦੇ ਹੋ ਤਾਂ ਆਸਟ੍ਰੇਲੀਆ ਵਰਗੇ ਕੰਟਰੀ ਦੇ ਵਿੱਚ ਲੁਕ ਛੁਪ ਕੇ ਰਹਿਣਾ ਬਹੁਤ ਮੁਸ਼ਕਿਲ ਹੈ। ਤਾਂ ਇਸ ਕਰਕੇ ਤੁਸੀਂ ਇਹ ਪਹਿਲਾਂ ਜ਼ਰੂਰ ਜਾਣ ਲਓ ਕਿ ਅਗਰ ਤੁਸੀਂ ਕੁਝ ਗਲਤ ਕਰ ਰਹੇ ਹੋ ਤਾਂ ਤੁਸੀਂ ਇੱਕ ਨਾ ਇੱਕ ਦਿਨ ਤੁਹਾਨੂੰ ਦਿੱਕਤ ਆ ਸਕਦੀ ਹੈ, ਔਰ ਇੱਕ ਨਾ ਇੱਕ ਦਿਨ ਤੁਸੀਂ ਵਾਪਸ ਆ ਸਕਦੇ ਹੋ, ਔਰ ਪੈਸਾ ਵੀ ਤੁਸੀਂ ਡਬਲ ਟ੍ਰਿਪਲ ਦਿਓਗੇ ਜਦੋਂ ਇਹੋ ਜਿਹੇ ਕੰਮ ਕਰਨ ਲਈ ਜਾਓਗੇ। ਤਾਂ ਤੁਸੀਂ ਏਜੰਟ ਨੂੰ ਪਹਿਲਾਂ ਤਾਂ ਬਹੁਤ ਜ਼ਿਆਦਾ ਪੈਸੇ ਦਿੰਦੇ ਹੋ, ਉਸ ਤੋਂ ਬਾਅਦ ਤੁਸੀਂ ਉੱਥੇ ਜਾ ਕੇ ਫਿਰ ਇਹਨਾਂ ਚੀਜ਼ਾਂ 'ਚ ਫਸ ਜਾਂਦੇ ਹੋ, ਤੁਸੀਂ 에ਅਰਪੋਰਟ ਤੋਂ ਵੀ ਡਿਪੋਰਟ ਹੋ ਸਕਦੇ ਹੋ। ਤਾਂ ਇਸ ਕਰਕੇ ਜੇਕਰ ਤੁਸੀਂ ਆਸਟ੍ਰੇਲੀਆ ਜਾਣਾ ਹੈ, ਇੱਕ ਜੈਨੂਅਨ ਤਰੀਕੇ ਨਾਲ ਚੱਲੋ। ਬੇਸ਼ੱਕ ਤੁਹਾਡਾ ਗੈਪ ਹੈਗਾ, ਕੁਛ ਹੈਗਾ, ਉਹਨੂੰ ਜਿਹੜਾ ਐਕਸੈਪਟ ਕਰਾਂਗੇ, ਉਹ ਪ੍ਰੋਪਰ ਤਰੀਕੇ ਨਾਲ ਮੈਂਸ਼ਨ ਕੀਤਾ ਜਾਏਗਾ ਕਿ ਉਹਦੇ ਤੁਸੀਂ ਕੀ ਕੰਮ ਕੀਤਾ ਹੈ, ਕੀ ਕੰਮ ਨਹੀਂ ਕੀਤਾ ਹੈ, ਕਿੰਨੇ ਆਇਲਟਸ ਸਕੋਰ ਹੈ। ਅਗਰ ਤੁਹਾਡੇ ਨੰਬਰ ਘੱਟ ਵੀ ਆਏ ਨੇ ਜਾਂ ਤੁਸੀਂ ਕਈ ਬੱਚਿਆਂ ਨੂੰ ਮੈਂ ਦੇਖਿਆ ਆਰਟਸ ਦੇ ਬੱਚੇ ਨੇ, ਉਹਨਾਂ ਨੂੰ ਲੱਗਦਾ ਸਾਡਾ ਵੀਜ਼ਾ ਨਹੀਂ ਆਏਗਾ। ਨੋ, ਮੇਰੇ ਖੁਦ ਦੇ ਆਰਟਸ ਦੇ ਬੱਚਿਆਂ ਦਾ ਜਿਨ੍ਹਾਂ ਨੇ ਹਿਸਟਰੀ, ਸੋਸ਼ੀਓਲੋਜੀ, ਪੰਜਾਬੀ ਇਹਨਾਂ ਚੀਜ਼ਾਂ ਦੇ ਵਿੱਚ +2 ਕੀਤੀ ਹੋਈ ਸੀ, ਪਿੱਛੇ ਹੀ ਅਸੀਂ ਉਹਨਾਂ ਦਾ ਵੀਜ਼ਾ ਲਿਆ ਬੈਚਲਰ ਇਨ ਮਾਰਕੀਟਿੰਗ ਦੇ ਵਿੱਚ। ਠੀਕ ਹੈ। ਤਾਂ ਇਸ ਕਰਕੇ ਸਟੂਡੈਂਟ ਨੂੰ ਡਰਨ ਦੀ ਲੋੜ ਨਹੀਂ ਹੈ, ਸਟੂਡੈਂਟ ਨੂੰ ਇੱਕ ਸਹੀ ਡਾਇਰੈਕਸ਼ਨ ਦੀ ਲੋੜ ਹੈ ਕਿ ਅਸੀਂ ਕਿਹੜੀ ਡਾਇਰੈਕਸ਼ਨ ਦੇ ਵਿੱਚ ਜਿਹੜਾ ਉਹ ਵੀਜ਼ਾ ਲੈ ਸਕਦੇ ਹਾਂ, ਸਾਨੂੰ ਕਿਹੜਾ ਕੰਸਲਟੈਂਟ ਸਹੀ ਗਾਈਡ ਕਰ ਸਕਦਾ ਹੈ, ਕਿਹੜਾ ਸਾਡੀ ਫਾਈਲ ਤੇ ਪ੍ਰੋਪਰ ਕੰਮ ਕਰ ਸਕਦਾ ਹੈ। ਦੇਖੋ ਸਭ ਤੋਂ ਵੱਡੀ ਚੀਜ਼ ਹੈ ਕਿ ਤੁਹਾਡੇ ਡਾਕੂਮੈਂਟ ਤੇ ਵੀਜ਼ਾ ਦੇ ਘੱਟ ਚਾਂਸਸ ਨੇ, ਕਿਉਂਕਿ ਅੱਛੇ ਬੈਂਡ ਵਾਲੇ ਦੇ ਵੀ ਵੀਜ਼ਾ ਰਿਫਿਊਜ਼ ਹੁੰਦੇ ਨੇ। ਮੇਨ ਹੈਗਾ ਹੈ ਕਿ ਤੁਹਾਡੀ ਫਾਈਲ ਦੀ ਪ੍ਰੈਜੈਂਟੇਸ਼ਨ ਵੀਜ਼ਾ ਆਫਿਸਰ ਅੱਗੇ ਕਿਸ ਤਰ੍ਹਾਂ ਹੈਗੀ ਹੈ, ਕਿਸ ਤਰ੍ਹਾਂ ਤੁਸੀਂ ਤੁਹਾਨੂੰ ਦੱਸਣ ਜਾ ਰਹੇ ਹੋ ਕਿ ਤੁਹਾਡੇ ਕੀ ਫਿਊਚਰ ਪਲਾਨਸ ਹੈਗੇ ਨੇ, ਤੁਸੀਂ ਕਿਸ ਤਰ੍ਹਾਂ ਕਰਨਾ ਹੈ। ਕਿਉਂਕਿ ਇੱਕ ਮਾੜਾ ਏਜੰਟ ਜਿਹੜਾ ਹੈਗਾ ਹੈ ਉਹ ਤੁਹਾਨੂੰ ਉਹ ਵੀਜ਼ਾ ਆਫਿਸਰ ਨੂੰ ਉਸ ਤਰੀਕੇ ਨਾਲ ਦੱਸ ਹੀ ਨਹੀਂ ਪਾਏਗਾ ਕਿ ਕਿਸ ਤਰੀਕੇ ਨਾਲ ਇਸ ਬੱਚੇ ਨੇ ਵੀਜ਼ਾ ਲੈਣਾ ਜੀ। ਤਾਂ ਇਸ ਕਰਕੇ ਇੱਕ ਸਹੀ ਕੰਸਲਟੈਂਟ ਦੀ ਚੂਜ਼ ਕਰਨਾ ਬਹੁਤ ਜ਼ਰੂਰੀ ਹੈ, ਔਰ ਇੱਕ ਐਕਸਪੀਰੀਅੰਸ ਕੰਸਲਟੈਂਟ ਹੋਣਾ ਬਹੁਤ ਜ਼ਰੂਰੀ ਹੈ। ਤਾਂ ਇਸ ਕਰਕੇ ਅਸੀਂ ਹਰ ਰੋਜ਼ ਇੱਕ ਫਾਈਲ ਤੋਂ ਸਿੱਖਦੇ ਹਾਂ ਕਿ ਸਾਨੂੰ ਜਦੋਂ ਆਬਜੈਕਸ਼ਨ ਆਉਂਦੀਆਂ ਨੇ ਤਾਂ ਅਸੀਂ ਉਹਦੇ 'ਚ ਪ੍ਰੋਪਰ ਲਿਖਿਆ ਹੁੰਦਾ ਹੈ ਕਿ ਇਹ ਆਬਜੈਕਸ਼ਨ ਹੈ ਜੀ, ਇਹ ਆਬਜੈਕਸ਼ਨ ਹੈ ਜੀ। ਉਸ ਆਬਜੈਕਸ਼ਨ 'ਚ ਅਸੀਂ ਰਿਸਰਚ ਕਰਦੇ ਹਾਂ, ਉਹਨੂੰ ਤੋਂ ਦੁਬਾਰਾ ਵੀਜ਼ਾ ਲੈਂਦੇ ਹਾਂ, ਤਾਂ ਸਾਡੀ ਜਿਹੜੀ ਨੌਲੇਜ ਜਿਵੇਂ ਵੱਧਦੀ ਜਾਂਦੀ ਰਹਿੰਦੀ ਹੈ ਕਿ ਕਿਸ ਤਰ੍ਹਾਂ ਕੀ ਹੁੰਦਾ है। सत श्रीकाल, नमस्कार दोस्तों। आज हम डिफरेंट जैसे मैं बताता रहता हूँ, पहले भी अलग अलग यूनिवर्सिटी से जब भी मुलाकात होती है और अलग अलग कॉलेजेस के बारे में, कौन सी कंट्री में क्या अपडेट है, कौन सी कंट्री में कैसे वीज़ा आ रहा है, कहाँ पे दिक्कत आ रही है, क्या चीज़ पॉसिबल है और कहाँ पे आपको अप्लाई करना चाहिए और कहाँ पे हम स्टूडेंट का बेनिफिट देख सकते हैं, ये सब चीज़ें हम डिस्कस करने के लिए आते हैं आपके पास। और हमेशा एक ना एक रिप्रेजेंटेटिव को साथ में लेके आते हैं जो उस इंस्टीट्यूशन को जो है रिप्रेजेंट कर रहा होता है। तो आज हम बात करेंगे ऑस्ट्रेलिया की, क्योंकि ऑस्ट्रेलिया में देखिए बहुत सारे स्टूडेंट्स हैं जो बहुत टाइम से वेट कर रहे थे कि ऑस्ट्रेलिया ओपन होगा और उसके बाद हम ऑस्ट्रेलिया में वीज़ा अप्लाई करेंगे। लेकिन कुछ दिक्कतों की वजह से मैं कहूँगा कि कुछ प्रॉब्लम्स आ गई जिसकी वजह से वीज़ा जो है काफ़ी होल्ड पे हैं आजकल। लेकिन फिर भी जो है वीज़ा आ रहे हैं। हमारा पीछे लास्ट वीक ही एक 2019 पास आउट का वीज़ा आया है, लेकिन हम प्रेफर करते हैं अभी भी कि 2020-21 पास आउट ही स्टूडेंट हो। तो आज दोस्तों हम एक यूनिवर्सिटी कॉलेज के रिप्रेजेंटेटिव के साथ हैं जो आपको बताएंगे कि वो क्यों आपको उस कॉलेज में या उस यूनिवर्सिटी में अप्लाई करना चाहिए, क्या बेनिफिट है आपका फाइनेंशियली क्या बेनिफिट है, आपके कोर्स की ड्यूरेशन क्या है, आपके कोर्स के क्या बेनिफिट हो सकते हैं, कौन सी बेस्ट लोकेशन पे वो इंस्टीट्यूट है। क्योंकि हमेशा जो स्टूडेंट है एक बेस्ट इंस्टीट्यूट पे जाना चाहते हैं, एक बेस्ट लोकेशन पे जाना चाहते हैं ताकि उनको कल को वहाँ पे
काम की, रहने की और काफ़ी चीज़ें होती हैं, उसमें दिक्कत ना आए। तो आज हम बात करेंगे जी ATMC से। ATMC जो कि लीडिंग टू यूनिवर्सिटी फेडरेशन यूनिवर्सिटी के साथ है, और बाकी ज़्यादा जानकारी के लिए मैं मैम को पहले बोलूँगा कि वो अपनी इंट्रोडक्शन दें आपको, ताकि आपको पता चले कि आप किसको सुन रहे हैं या किससे आप बात कर रहे हैं। सत श्री अकाल, मेरा नाम दिव्या है। मैं ATMC को रिप्रेजेंट कर रही हूँ। ATMC पार्टनरशिप है फेडरेशन यूनिवर्सिटी के साथ। फेडरेशन यूनिवर्सिटी 150 साल पुरानी यूनिवर्सिटी है ऑस्ट्रेलिया की रीजनल सेक्टर में। उसको हम लेकर आए हैं मेलबर्न और सिडनी में। मेलबर्न और सिडनी ऐसी 2 सिटीज हैं जहाँ पे सबसे ज़्यादा बच्चा जाता है, क्योंकि वहाँ पे बहुत ज़्यादा जॉब अपॉर्चुनिटीज़ होती है। और क्योंकि अब आप जब इतना ज़्यादा अपने पेरेंट्स के फंड्स और पैसे लगा के आप दूसरी कंट्री में जाते हैं पढ़ाई करने के लिए, सो आप रिटर्न ऑन इन्वेस्टमेंट भी देखते हैं कि आप अगर जा रहे हैं तो आपको पढ़ाई के साथ साथ और पढ़ाई के बाद कितना बेनिफिट मिलता है। सो मेलबर्न एंड सिडनी 2 ऐसी सिटीज हैं जहाँ पे पूरी दुनिया का मतलब 196 नेशनैलिटीज के बच्चे पढ़ते हैं। जो इतनी नेशनैलिटीज से बच्चे वो सिटीज इसीलिए सेलेक्ट करते हैं क्योंकि वहाँ पे एक्सपोजर जितना है, नई नई चीजें वहीं आ रही हैं। एंड आने वाले टाइम में, क्योंकि देयर इज अ रीजन है दैट वी आर नॉट इन ब्रिस्बेन, वी आर नॉट इन पर्थ, वी आर नॉट इन एडिलेड। These are good cities to be in। PR आपको जल्दी मिलता है जो होता है, बट मेलबर्न सिडनी में अब क्या है कि और एडवांटेजेस आ गए हैं। आपको पहले 2 साल का पोस्ट स्टडी वर्क राइट्स मिलता था इन पोस्ट ग्रेजुएशन। नाउ यू गेट 3 years of post study work rights after your PG programs। Yes। So ये एक बहुत अच्छा एडवांटेज हो गया है। स्टूडेंट्स 2 साल तक बंद था, बट व्हेन दे ओपनड अप विद अ बैंग। अभी बहुत सारे स्टूडेंट्स जा रहे हैं एंड ऑस्ट्रेलिया हैव ऑलवेज बीन नंबर 1 प्रेफर्ड स्टूडेंट डेस्टिनेशन फॉर द स्टूडेंट्स, बिकॉज वहाँ के जो वर्क राइट्स है, वहाँ पे जो आपको पर आवर्स जॉब करके जो आपको सैलरी मिलती है, आपको बहुत इजीली रिटर्न ऑन इन्वेस्टमेंट आ जाता है। द यूनिवर्सिटी जिसके साथ हम टाई अप है वो है फेडरेशन यूनिवर्सिटी। ये जैसे मैंने बोला, ये 150 साल पुरानी यूनिवर्सिटी है। ऑस्ट्रेलिया में ना आप अगर यू आर नॉट फॉलोइंग अ कंप्लायंस, आपकी जो पढ़ाई है वो अभी आजकल के ज़माने और इन फ्यूचर आफ्टर 10 years 15 years में अगर आप नहीं मैप अप कर पाते ना, सो इफ एंड यू आल्सो डू नॉट फॉलो द कंप्लायंस इन ऑडिट, तो आप 6 months 12 months में आप बंद हो जाते हैं। कॉलेजेस आते हैं जाते हैं, बट फेडरेशन यूनिवर्सिटी एंड ATMC, सो फेडरेशन यूनिवर्सिटी का जो मेन कैंपस है वो जिलोंग और बलारट में है, जो एकदम सबर्ब्स में है। सबर्ब्स हम इसलिए वहाँ पे हम उनको मेलबर्न सिडनी में लेकर आए हैं ATMC के थ्रू, क्योंकि लाइक आई सेड कि ज्यादा जब वहाँ वर्क अपॉर्चुनिटीज है। तो ATMC 17 साल पुराना कॉलेज है जहाँ पे वो खुद फेडरेशन यूनिवर्सिटी के साथ पार्टनरशिप करके अंडर ग्रेजुएट और पोस्ट ग्रेजुएट प्रोग्राम्स पढ़ाता है। UG PG जैसे कि इन IT, इन मैनेजमेंट, इन अकाउंटिंग, हेल्थ सर्विस मैनेजमेंट और इंजीनियरिंग के प्रोडक्ट्स हैं हमारे पास। हमारे पास सिर्फ वही ऑप्शंस है, वही कोर्सेज है जिनकी आने वाले 10 साल और 15 साल में मार्केट में वैल्यू रहेगी। हम अपने आप को बहुत प्राउडली एक IT स्कूल बोलते हैं। रीजन वाई वी कॉल आवरसेल्फ एन IT स्कूल, बिकॉज ये द फ्यूचर इज ऑल IT। जब पैंडेमिक आया सब बंद था, हम सब ने काम किया। कैसे किया? टेक्नोलॉजी से किया। सो अभी जो इंडस्ट्रियल रेवोल्यूशन 4.0 आ रहा है, जिसमें आप अभी पढ़ रहे होंगे मेटावर्स के बारे में, आप पढ़ रहे हैं क्या कहते हैं डिजिटल डिस्ट्रप्शन, आर्टिफिशियल इंटेलिजेंस, साइबर सिक्योरिटी जैसे प्रोग्राम्स। ये सारे प्रोग्राम्स हम ऑफर करते हैं बिकॉज वी वांट आवर स्टूडेंट टू बी प्रिपेयर्ड विद द कमिंग फ्यूचर। फ्यूचर इज नॉट IT, प्रेजेंट इज IT। ये अभी जो है ना वही इंफॉर्मेशन टेक, यही है हमारा, यही आने वाले टाइम में। अगर इफ वी विल नॉट go with the trend, we will not be able to be with the generation। तो हमें बहुत जरूरी है कि हम ऐसे कोर्सेज के साथ ही जुड़े कि जिसमें आने वाले 10 और 15 साल में हमें बेनिफिट मिले। तो स्टूडेंट्स जो बहुत जिनसे सर मैं जाती हूँ, मैं मिलती हूँ, वो मुझे बोलते हैं हमें ऑस्ट्रेलिया इसलिए नहीं जाना क्योंकि वो PR नहीं देता है। क्योंकि हमें नहीं जाना चाहिए। बहुत क्वेश्चन है ये सब। हाँ जी।
तो आप पीआर आप सबको तभी मिलती है जब आप मेहनत करते हो। आप एकदम से नहीं, आपको अपने कंसिस्टेंट रहना चाहिए अपने कोर्सेज में, आपको कंसिस्टेंटली अपनी उसी फील्ड में जॉब करनी चाहिए, आपको अच्छे से सारी चीजें जो प्रोटोकॉल होता है वो फॉलो करना चाहिए, तब जाके आपको मिलती है। आप स्विच करेंगे, एक से दूसरे में जाएंगे, दूसरे से तीसरे में जाएंगे, सिमिलर फील्ड में आप काम नहीं करेंगे, आप टैक्सी ड्राइवर, आप मैकडॉनल्ड्स में काम करेंगे, आप आईटी बैकग्राउंड से, तो ये सारी चीजें बहुत मैटर करती है। तो यही सारी चीजें अफेक्ट करती है आपके, ये सारी जो आपके फ्यूचर गोल्स होते हैं उन सबको। तो आपको बहुत ज्यादा सोच समझ के, क्योंकि आप अपने पेरेंट्स का पैसा इन्वेस्ट कर रहे हैं, उनकी हार्डली अर्न्ड मनी है वो, तो आपको यू हैव टू बी वेरी वाइज व्हेन यू यूज इट। तो हमारे पास जो कोर्सेज हैं वो आजकल के जनरेशन के फ्यूचर आईटी से रिलेटेड हैं, जैसे कि मैंने बोला आर्टिफिशियल इंटेलिजेंस, डिजिटल डिस्ट्रप्शन, साइबर सिक्योरिटी, ईआरपी, सॉफ्टवेयर इंजीनियरिंग, सॉफ्टवेयर डेवलपमेंट, ये सारे कोर्सेज हैं हमारे पास जिनको हम प्रमोट करते हैं। वी प्राउडली से दैट वी आर वेरी अफोर्डेबल। हम लोग की यूएसपी है कि हम मेन सेंट्रल बिजनेस डिस्ट्रिक्ट में है, जहाँ पे आसपास आपको सारी वर्क अपॉर्चुनिटीज मिलती है। इवन आफ्टर दैट हमारी जो फीस है दैट इज वेरी अफोर्डेबल। We also offer scholarships up to 25%, and after that हमारी फीस even comes down to 5 to 6 lakhs per semester। तो अगर आप किसी और यूनिवर्सिटी की बात करें तो वहाँ पे आपको 30,000 से लेकर 32-33,000 के आसपास जो है आपकी बैचलर और मास्टर डिग्री रहती है। लेकिन अगर आप ATMC की बात करें तो ऑलरेडी फीस जो है 22-23,000 के आसपास है। तो इट मीन्स के डायरेक्टली 20,000, तो उसके बाद भी आपको स्कॉलरशिप मिल रही है। इट मीन्स के यू जस्ट नीड टू पे ओनली 20,000 फॉर 1 ईयर। सो इट मीन्स के आप कम से कम $10,000 जो है वो सेव कर रहे हो, और डिग्री भी आपको एक अच्छी यूनिवर्सिटी से मिल रही है, बेस्ट यूनिवर्सिटी से मिल रही है, जहाँ पे आपका वीज़ा भी आएगा और कल के फ्यूचर में उस डिग्री की वैल्यू भी बहुत है। और जो कोर्सेज नए मैम बता रहे हैं उसमें कुछ कोर्सेज ये मास्टर के लिए भी नए लेके आए हैं, बैचलर के ऑलरेडी बड़े अच्छे कोर्सेज हैं। तो अगर आपके सब्जेक्ट में, हर सब्जेक्ट में अच्छे मार्क्स हैं, आपने रिसेंटली पास आउट हो, तो आप अपनी प्रोफाइल जो है एक बार इजी वे के पास ज़रूर लेके आएँ, ताकि हम आपको एक बेस्ट इंस्टीट्यूट गाइड कर पाएँ ऑस्ट्रेलिया में, और आपको ये बता पाएँ कि आपका पैसा कैसे बच सकता है, आपका टाइम कैसे बच सकता है, और आप कैसे रिजल्ट ओरिएंटेड काम कर सकते हो। तो ये जो मैम ने आपको बताया है सब चीज़ें, अगर आप इनको अच्छे तरीके से इनकी वेबसाइट पे जाके भी देखोगे, ATMC की वेबसाइट पे, तो आपको सब चीज़ें वहाँ से मिल जाएंगी। आपको ब्रीफली हमसे बात करनी है कॉलेज के लिए, इंस्टीट्यूट के लिए, आपको कुछ क्वेश्चंस हैं आपके, आप हमारे काउंसलर से पूछ सकते हो, आप यहाँ पे विज़िट कर सकते हो, आप मेरे से बात कर सकते हो, और हम सिर्फ जेन्युइन डीलिंग में ट्रस्ट रखते हैं। अगर आपके जेन्युइनली आप ऑस्ट्रेलिया जाना चाहते हो, आपको लगता है कि कल को भी आपको कोई दिक्कत ना हो, कहीं आपको किसी और प्रॉब्लम में ना फंसे, बिल्कुल जेन्युइन तरीके से काम करें और जेन्युइन तरीके से अपनी डिग्री लेके एक अच्छे अपने फ्यूचर के लिए आगे बढ़ें, तो आपको इजी वे एक बार ज़रूर आना चाहिए, और एक बार आके आपको जो है बेस्ट इंस्टीट्यूट जो है यहाँ पे मिलेंगे। राइट, एंड ऑल्सो टू एड ऑन, फेडरेशन यूनिवर्सिटी इज अ ग्लोबली रिकॉग्नाइज्ड यूनिवर्सिटी। इसकी जो डिग्री है इट विल बी वैलिड इफ यू गो टू एनी कंट्री in the world you'll go, this degree is globally recognized. Yes. तो अभी मैं एक छोटी सी मैम से एक क्वेश्चन मेरा और है कि आप अगर स्टूडेंट्स को ये बता देंगे मास्टर के लिए क्या रिक्वायरमेंट है और बैचलर के लिए क्या रिक्वायरमेंट है, तो दोनों थोड़ा सा स्टूडेंट्स को इस चीज़ का आइडिया हो जाएगा कि उनको क्या किस चीज़ के लिए वो हैं एलिजिबल या नहीं है। So for bachelor students जो बैचलर ऑफ बिजनेस, बैचलर ऑफ IT, बैचलर ऑफ प्रोफेशनल अकाउंटिंग में जाना चाहते हैं, हमारी रिक्वायरमेंट होती है 60% CBSE और ICSE बोर्ड पे, 65% स्टेट बोर्ड पर। पंजाब एंड हरियाणा इट्स 70%। बट देयर इज बेस्ट 4 academic subjects, क्योंकि स्टूडेंट्स होते हैं जो academics नहीं मीट कर पाते हैं, so you should have 4 academic subjects. And English में we accept 6 with no band less than 6. PT should be 50/50, and for PG programs we accept. So
हर सेक्शन 1 सेक्शन 2 यूनिवर्सिटीज होती हैं, Yes. so हर एक कंट्री ना अपना क्वालिफिकेशन लेवल फ्रेमवर्क चेक करने के लिए दे यूज अ सर्टेन वेबसाइट. सो वी इन ऑस्ट्रेलिया दे फॉलो नूसर. तो नूसर में वो चेक करते हैं कि आपकी यूनिवर्सिटी सेक्शन 1 में आती है, 2 में आती है या 3 में आती है. सो बेस्ड ऑन दैट वी एक्सेप्ट 50 to 60% of percentage of students. For section 3 pass out students we only accept division 1. And yes, this is the entry requirement and IELTS is same 6/6 and 50/50 in PT. तो ये जो सारी इन्फॉर्मेशन है मैम ने आपको दी है, तो ये सारी इन्फॉर्मेशन आपके लिए बहुत यूटिलाइज हो सकती है अगर आपने आगे स्टडी के लिए ऑस्ट्रेलिया जाना है. तो मैं आपका भी बहुत बहुत धन्यवाद कहूँगा कि थैंक्स फॉर कमिंग. और यहाँ पे आके आपने जो एक मैं कहूँगा बहुत अच्छी जो बातें करी हैं, बहुत अच्छी नॉलेज दी है स्टूडेंट को, उससे उनका काफ़ी आगे फ्यूचर में उनके लिए बेस्ट रहेगा. और इसके साथ ही हम जो है अलविदा लेंगे. नमस्कार. ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਤੁਹਾਡਾ ਆਪਣਾ ਗੁਰਤੇਜ ਸੰਧੂ ਤੇ ਅੱਜ ਅਸੀਂ ਗੱਲ ਕਰਨ ਜਾ ਰਹੇ ਹਾਂ ਮੈਡੀਕਲ ਸਟੂਡੈਂਟ ਦੀ. ਉਹ ਮੈਡੀਕਲ ਸਟੂਡੈਂਟਸ ਜਿਨ੍ਹਾਂ ਦਾ ਬੈਕਗ੍ਰਾਉਂਡ ਜਾਂ ਤਾਂ ਉਹਨਾਂ ਨੇ +2 ਮੈਡੀਕਲ ਕੀਤੀ ਹੋਈ ਹੈ, ਜਾਂ ਫਿਰ ਉਹਨਾਂ ਨੇ ANM ਕੀਤੀ ਹੈ, GNM ਕੀਤੀ ਹੈ, ਜਾਂ ਫਿਰ ਉਹਨਾਂ ਨੇ ਜਿਹੜਾ ਹੈਗਾ ਕੋਈ D ਫਾਰਮੇਸੀ ਜਾਂ B ਫਾਰਮੇਸੀ ਦਾ ਡਿਪਲੋਮਾ ਕੀਤਾ ਹੈ ਜਾਂ ਬੈਚਲਰ ਕੀਤੀ ਹੈ. ਉਹਨਾਂ ਬੱਚਿਆਂ ਦੇ ਲਈ ਮੈਂ ਇੱਕ ਸੁਨਹਿਰੀ ਆਪਸ਼ਨ ਲੈ ਕੇ ਆਇਆ. ਮੈਂ ਕਹਾਂਗਾ ਕਿਉਂਕਿ ਬਹੁਤ ਸਾਰੇ ਬੱਚੇ ਨੇ ਉਹ ਇਸ ਕਰਕੇ ਐਡਮਿਸ਼ਨ ਨਹੀਂ ਲੈ ਪਾ ਰਹੇ ਕਿਉਂਕਿ ਉਹਨਾਂ ਨੇ ਮੈਥ ਨਹੀਂ ਕੀਤਾ ਹੋਇਆ ਮੈਡੀਕਲ ਦੇ ਵਿੱਚ. ਬਿਲਕੁਲ ਜੀ, ਮੈਥ ਦੀ ਰਿਕੁਆਇਰਮੈਂਟ ਬਹੁਤ ਜ਼ਿਆਦਾ ਇੰਸਟੀਚਿਊਟ ਕੈਨੇਡਾ ਦੇ ਵਿੱਚ ਮੈਥ ਮੰਗਦੇ ਨੇ. ਔਰ ਜਾਂ ਫਿਰ ਕੀ ਆ, ਉਹਨਾਂ ਨੂੰ ਆਇਲਸ ਦੀ ਰਿਕੁਆਇਰਮੈਂਟ ਹੈਗੀ ਆ 6.5 ਬੈਂਡ, ਨਾਟ ਲੈਸ ਦੈਨ 6 ਬੈਂਡ. ਤਾਂ ਮੈਂ ਤੁਹਾਨੂੰ ਇੱਕ ਇਹੋ ਜਿਹੀ ਆਪਸ਼ਨ ਲੈ ਕੇ ਆਇਆ ਜਿਹਦੇ 'ਚ ਮੈਨੂੰ ਮੈਥ ਦੀ ਕੋਈ ਰਿਕੁਆਇਰਮੈਂਟ ਨਹੀਂ ਹੈਗੀ ਔਰ ਆਇਲਸ ਜਿਹੜਾ ਮੈਨੂੰ 6 ਨਾਟ ਲੈਸ ਦੈਨ 5.5 ਬੈਂਡ ਹੈਗਾ. ਔਰ ਅਸੀਂ ਇਹ ਤੁਹਾਨੂੰ ਆਪਸ਼ਨ ਦੇ ਰਹੇ ਹਾਂ ਜੀ ਟੋਰਾਂਟੋ ਦੇ ਵਿੱਚ, ਮਿਸੀਸਾਗਾ ਦੇ ਵਿੱਚ. ਟੋਰਾਂਟੋ ਮਿਸੀਸਾਗਾ ਦੇ ਵਿੱਚ ਬੱਚਾ ਪੜ੍ਹੇਗਾ ਔਰ 3 ਈਅਰ ਵਰਕ ਪਰਮਿਟ ਦੇ ਨਾਲ 3 ਸਾਲ ਦਾ ਵਰਕ ਪਰਮਿਟ ਉਸ ਤੋਂ ਬਾਅਦ ਮਿਲੇਗਾ. ਬਿਲਕੁਲ ਗਰੰਟੀ ਦੇ ਰਹੇ ਹਾਂ ਜੀ 3 ਸਾਲ ਦਾ ਵਰਕ ਪਰਮਿਟ ਮਿਲੇਗਾ. ਔਰ ਦੂਜੀ ਗੱਲ ਜਿਹੜੀ ਤੁਹਾਨੂੰ ਦੱਸਣਾ ਚਾਹੁੰਦਾ ਉਹ ਤੁਹਾਡੇ ਲਈ ਇੱਕ ਹੋਰ ਬਹੁਤ ਵੱਡੀ ਖੁਸ਼ਖਬਰੀ ਹੈ ਕਿ ਸਿਰਫ ਹੀ 5.5 ਲੱਖ ਰੁਪਏ ਦੇ ਵਿੱਚ ਫੀਸ ਸਾਲ ਦੀ ਕਿੰਨੀ ਹੈ? ਸਿਰਫ 5.5 ਲੱਖ. 5.5 ਲੱਖ ਦੇ ਵਿੱਚ ਜਿਹੜਾ ਹੈਗਾ ਤੁਸੀਂ ਟੋਰਾਂਟੋ ਦੇ ਕੈਂਪਸ ਵਿੱਚ ਪੜ੍ਹ ਸਕਦੇ ਹੋ ਔਰ ਆਪਣਾ ਮੈਡੀਕਲ ਦਾ ਕੋਰਸ ਕਰ ਸਕਦੇ ਹੋ ਔਰ ਉਹ ਵੀ 3 ਈਅਰ ਵਰਕ ਪਰਮਿਟ ਦੇ ਨਾਲ. ਔਰ ਦੇਖੋ ਜਿਹੜੀ ਆਫਰ ਲੈਟਰ ਹੈਗੀ ਆ ਬੱਚਿਆਂ ਨੂੰ, ਜਿਹੜੀ ਆਫਰ ਲੈਟਰ ਹੈਗੀ ਮੈਡੀਕਲ ਵਾਲਿਆਂ ਨੂੰ ਬਹੁਤ ਟਾਈਮ ਲੱਗ ਜਾਂਦਾ, ਕਈ ਵਾਰੀ 15 ਦਿਨ ਆਫਰ ਲੈਟਰ ਨਹੀਂ ਆਉਂਦੀ. ਮੈਂ ਤੁਹਾਨੂੰ ਗਰੰਟੀ ਦਿੰਦਾ ਕਿ ਸਿਰਫ 2 ਦਿਨ ਦੇ ਵਿੱਚ ਤੁਹਾਨੂੰ ਆਫਰ ਲੈਟਰ ਮਿਲੇਗੀ, 2 ਦਿਨ ਦੇ ਵਿੱਚ. ਔਰ ਵਿਦਨ 3 ਵਰਕਿੰਗ ਡੇਜ਼ ਦੇ ਵਿੱਚ ਤੁਹਾਨੂੰ LOA ਮਿਲੇਗੀ, ਲੈਟਰ ਆਫ ਐਕਸੈਪਟੈਂਸ. ਲੈਟਰ ਆਫ ਐਕਸੈਪਟੈਂਸ ਜਿਹੜੀ ਤੁਹਾਨੂੰ ਸਿਰਫ ਹੀ 3 ਦਿਨ 'ਚ ਮਿਲੇਗੀ ਔਰ ਜਲਦੀ ਤੋਂ ਜਲਦੀ ਤੁਹਾਡੀ ਫਾਈਲ ਲਗਾ ਸਕਦੇ ਹੋ. ਸਤੰਬਰ ਇਨਟੇਕ ਓਪਨ ਹੈ. ਅਗਰ ਤੁਸੀਂ ਮੈਡੀਕਲ ਦੇ ਨਾਲ ਬੈਕਗ੍ਰਾਉਂਡ ਨਾਲ ਰਿਲੇਟਡ ਹੋ ਅੱਜ ਹੀ ਅਪਲਾਈ ਕਰੋ. ਸਾਡੇ ਨੰਬਰ ਨੀਚੇ ਦਿੱਤੇ ਹੋਏ ਨੇ. ਸਾਡੀ ਬ੍ਰਾਂਚਸ ਦੇ ਵਿੱਚ ਤੁਸੀਂ ਗੁਰਦਾਸਪੁਰ, ਚੰਡੀਗੜ੍ਹ ਦੇ ਵਿੱਚ ਆ ਸਕਦੇ ਹੋ, ਤੁਸੀਂ ਕੁਰੂਕਸ਼ੇਤਰਾ ਜਾ ਸਕਦੇ ਹੋ ਜਾਂ ਬਠਿੰਡਾ ਅਪਲਾਈ ਕਰ ਸਕਦੇ ਹੋ. ਕਿਸੇ ਵੀ ਬ੍ਰਾਂਚ ਦੇ ਵਿੱਚ ਜਾ ਸਕਦੇ ਹੋ. ਜ਼ਿਆਦਾ ਇਨਫੋਰਮੇਸ਼ਨ ਲਈ ਸਾਨੂੰ ਕਾਲ ਕਰ ਸਕਦੇ ਹੋ ਦਿੱਤੇ ਨੰਬਰ ਦੇ ਉੱਪਰ ਔਰ ਤੁਹਾਡਾ ਜਿਹੜਾ ਹੈ ਅਸੀਂ 100% ਰਿਜ਼ਲਟ ਓਰੀਐਂਟਡ ਜਿਹੜਾ ਕੰਮ ਕਰਾਂਗੇ. ਇਸੇ ਨਾਲ ਹੀ ਖਿਮਾ ਚਾਹਾਂਗਾ. ਸਤਿ ਸ਼੍ਰੀ ਅਕਾਲ ਜੀ. ਜੀ ਬਿਲਕੁਲ. ਸੋ ਗੁਰਤੇਜ ਸੰਧੂ ਜੀ ਜਿਨ੍ਹਾਂ ਦਾ ਕਿ 12-13 ਸਾਲਾਂ ਦਾ ਐਕਸਪੀਰੀਅੰਸ ਹੈ, ਕਈ ਪ੍ਰੋਫਾਈਲਸ ਉੱਪਰ ਕੰਮ ਕਰ ਚੁੱਕੇ ਨੇ, ਕਈ ਸਟੂਡੈਂਟਸ ਦਾ ਸਟੱਡੀ ਵੀਜ਼ਾ ਲਗਵਾ ਚੁੱਕੇ ਨੇ. ਸੋ ਤੁਸੀਂ ਵੀ ਇਹਨਾਂ ਦੀ ਗਾਈਡੈਂਸ ਦੇ ਨਾਲ ਆਪਣਾ ਸਟੱਡੀ ਵੀਜ਼ਾ ਲੈ ਸਕਦੇ ਹੋ, ਆਪਣਾ ਵਿਦੇਸ਼ ਜਾਣ ਦਾ ਸੁਪਨਾ ਸਾਕਾਰ ਕਰ ਸਕਦੇ ਹੋ. ਹਮੇਸ਼ਾ ਅਸੀਂ ਇਸ ਸ਼ੋਅ ਦੇ ਜ਼ਰੀਏ ਵੀ ਇਹੀ ਸੁਨੇਹਾ ਦਿੰਦੇ ਹਾਂ ਕਿ ਸਹੀ ਗਾਈਡੈਂਸ ਦੇ ਨਾਲ ਹੀ ਅੱਗੇ ਵਧੋ, ਜੈਨੂਅਨ ਵੇ ਦੇ ਨਾਲ ਹੀ ਆਪਣੀ ਫਾਈਲ ਦੇ ਉੱਪਰ ਕੰਮ ਕਰੋ ਤਾਂ ਕਿ ਅੱਗੇ ਜਾ ਕੇ ਕਿਸੇ ਵੀ ਰੁਕਾਵਟ ਦਾ ਤੁਹਾਨੂੰ ਸਾਹਮਣਾ ਨਾ ਕਰਨਾ ਪਵੇ ਤੇ ਖੁਸ਼ੀ-ਖੁਸ਼ੀ ਤੁਸੀਂ ਆਪਣਾ ਫਿਊਚਰ ਜੋ ਹੈ ਬ੍ਰਾਈਟ ਬਣਾਓ. ਤੇ ਸਕਰੀਨ ਤੇ ਲਗਾਤਾਰ ਨੰਬਰ ਵੀ ਡਿਸਪਲੇ ਹੈ, ਇਸ ਨੂੰ ਤੁਸੀਂ ਨੋਟ ਕਰ ਲਓ ਤਾਂ ਕਿ ਤੁਸੀਂ ਈਜ਼ੀ ਵੇ ਦੀ ਪੂਰੀ ਟੀਮ ਦੇ ਨਾਲ ਕਦੀ ਵੀ ਗੱਲ ਕਰ ਸਕਦੇ ਹੋ, ਕਾਉਂਸਲਿੰਗ ਲੈ ਸਕਦੇ ਹੋ ਤਾਂ ਕਿ ਸਹੀ ਡਿਸੀਜਨ ਲੈਣ ਵਿੱਚ ਤੁਸੀਂ ਦੇਰੀ ਨਾ ਕਰੋ. ਤੇ ਜੇਕਰ ਵਿਜ਼ਿਟ ਕਰਨਾ ਚਾਹੋ ਚੰਡੀਗੜ੍ਹ ਦੇ ਵਿੱਚ ਸੈਕਟਰ 17 ਵਿੱਚ ਇਹਨਾਂ ਦਾ ਮੇਨ ਆਫਿਸ ਹੈ ਤੇ ਨਾਲ ਦੀ ਨਾਲ ਬਠਿੰਡਾ, ਕੁਰੂਕਸ਼ੇਤਰਾ ਤੇ ਗੁਰਦਾਸਪੁਰ ਵਿੱਚ ਵੀ ਇਹਨਾਂ ਦੀ ਬ੍ਰਾਂਚਿਸ ਹੈ. ਜਿੱਥੇ ਤੁਹਾਨੂੰ ਨੇੜੇ ਲੱਗੇ ਆਪਣੇ ਡਾਕੂਮੈਂਟਸ ਲੈ ਕੇ ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਜ਼ਰੂਰ ਪਹੁੰਚੋ ਤਾਂ ਕਿ ਸਹੀ ਫੈਸਲਾ ਕਰਦੇ ਹੋਏ ਤੁਸੀਂ ਅੱਗੇ ਵਧੋ. ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਕਿ ਤੁਸੀਂ ਕੈਨੇਡਾ ਔਰ ਆਸਟ੍ਰੇਲੀਆ ਬਾਰੇ ਸਹੀ ਜਾਣਕਾਰੀ ਸਾਡੇ ਦਰਸ਼ਕਾਂ ਤੱਕ ਸਾਰੀ ਪਹੁੰਚਾਈ ਹੈ. ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਇਜਾਜ਼ਤ. ਧੰਨਵਾਦ.